ਪਿਆਰੇ ਵਿਦਿਆਰਥੀਓ, ਅੱਜ ਅਸੀਂ ਕਰਾਂਗੇ ਪ੍ਰੀਤ ਕਥਾਵਾਂ। ਪੰਜਾਬੀਆਂ ਦੇ ਪ੍ਰੇਮ ਭਾਵ ਦੇ ਜਜ਼ਬੇ ਦਾ ਲੋਕ ਕਥਾ ਸਾਹਿਤ ਵਿੱਚ ਪ੍ਰੀਤ ਕਥਾਵਾਂ ਰਾਹੀਂ ਭਰਪੂਰ ਪ੍ਰਗਟਾਵਾ ਹੋਇਆ ਹੈ। ਇਹ ਪ੍ਰੀਤ ਕਥਾਵਾਂ ਬਾਅਦ ਵਿੱਚ ਪੰਜਾਬ ਦੇ ਕਿੱਸਾ ਸਾਹਿਤ ਦਾ ਵਿਸ਼ਾ ਵਸਤੂ ਵੀ ਬਣੀਆਂ ਹਨ। ਪੰਜਾਬੀ ਦੀਆਂ ਪ੍ਰਸਿੱਧ ਪ੍ਰੀਤ ਕਥਾਵਾਂ ਵਿੱਚੋਂ ਇਸ ਪਾਠ ਪੁਸਤਕ ਦੇ ਲਈ ਵੰਨਗੀ ਵਜੋਂ ਹੀਰ ਰਾਂਝਾ ਤੇ ਮਿਰਜ਼ਾ ਸਾਹਿਬਾਂ ਦੀਆਂ ਕਥਾਵਾਂ ਦੀ ਚੋਣ ਕੀਤੀ ਗਈ ਹੈ। ਹੀਰ ਰਾਂਝੇ ਦੀ ਇਸ ਕਹਾਣੀ ਦਾ ਮੁੱਖ ਚੋਖਠਾ ਭਾਵੇਂ ਇੱਕ ਹੈ, ਪਰ ਪੰਜਾਬੀ ਦੇ ਵੱਖ-ਵੱਖ ਕਿੱਸਿਆਂ ਵਿੱਚ ਇਸ ਦੇ ਵੱਖ-ਵੱਖ ਵੇਰਵੇ ਵੀ ਮਿਲਦੇ ਹਨ। ਹਰ ਰਚਨਹਾਰ ਨੇ ਇਸ ਕਹਾਣੀ ਨੂੰ ਬਿਆਨਦਿਆਂ ਆਪਣੀ ਸੋਚ ਤੇ ਵਿਸ਼ਵਾਸ ਦਾ ਰੰਗ ਇਸ ਉੱਤੇ ਚੜ੍ਹਾਇਆ ਹੈ, ਪਰ ਇਹ ਸੱਚ ਹੈ ਕਿ ਇਹ ਪ੍ਰੇਮ ਕਹਾਣੀ ਪੰਜਾਬੀਆਂ ਦੇ ਪ੍ਰੇਮ ਭਾਵ ਨੂੰ ਬੜੀ ਖੂਬਸੂਰਤੀ ਦੇ ਨਾਲ ਬਿਆਨ ਕਰਦੀ ਹੈ। ਹੁਣ ਹੈ ਪ੍ਰੀਤ ਕਥਾ ਹੀਰ ਰਾਂਝਾ। ਹੀਰ ਦਾ ਜਨਮ ਦਰਿਆ ਚਨਾ ਦੇ ਕੰਢੇ ਝੰਗ ਸਿਆਲ ਦੇ ਇੱਕ ਸਰਦਾਰ ਮਲਕ ਚੂਚਕ ਦੇ ਘਰ ਇੱਕ ਲੜਕੀ ਪੈਦਾ ਹੋਈ, ਜਿਸ ਦਾ ਨਾਮ ਹੀਰ ਰੱਖਿਆ ਗਿਆ ਸੀ। ਬਹੁਤ ਹੀ ਖੁੱਲੇ ਡੁੱਲੇ ਮਾਹੌਲ ਵਿੱਚ ਬੜੇ ਲਾਡ ਪਿਆਰ ਦੇ ਨਾਲ ਬੜੀ ਸੋਹਣੀ ਸੁੰਦਰਤਾ ਵਾਲੀ ਜਿਹੜੀ ਸੀਗੀ ਹੀਰ ਪੈਦਾ ਹੋਈ ਸੀ। ਅੱਗੇ ਹੈ ਰਾਂਝੇ ਦਾ ਜਨਮ। ਰਾਂਝਾ ਤਖਤ ਹਜ਼ਾਰਾ ਨਾਂ ਦੇ ਇੱਕ ਪਿੰਡ ਦੇ ਵਿੱਚ ਪੈਦਾ ਹੋਇਆ ਤੇ ਉਹਦੇ ਪਿਤਾ ਦਾ ਨਾਮ ਚੌਧਰੀ ਮੌਜੂ ਸੀ ਤੇ ਚੌਧਰੀ ਮੌਜੂ ਦੇ 8 ਪੁੱਤਰ ਸੀ, ਜਿਨ੍ਹਾਂ ਵਿੱਚੋਂ ਰਾਂਝਾ ਸਭ ਤੋਂ ਛੋਟਾ ਸੀ ਤੇ ਉਹੀ ਜਿਹੜਾ ਅਣਵਿਆਹਿਆ ਸੀ, ਜਿਸ ਦਾ ਵਿਆਹ ਨਹੀਂ ਹੋਇਆ ਸੀ। ਰਾਂਝੇ ਦਾ ਪਿੰਡ ਛੱਡ ਕੇ ਜਾਣਾ। ਕਹਿੰਦੇ ਕਿ ਜਦੋਂ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਭਰਾਵਾਂ ਦੇ ਵਿੱਚ ਜਿਹੜੀ ਜ਼ਮੀਨ ਜਾਇਦਾਦ ਵੰਡੀ ਜਾਂਦੀ ਹੈ ਤੇ ਉਸ ਸਮੇਂ ਰਾਂਝੇ ਨੂੰ ਬਹੁਤ ਹੀ ਮਾੜੀ ਜਿਹੜੀ ਉਹ ਜ਼ਮੀਨ ਮਿਲਦੀ ਹੈ ਤੇ ਰਾਂਝਾ ਜਿਹੜਾ ਆਪਣੇ ਭਰਾਵਾਂ ਦੇ ਇਸ ਵਤੀਰੇ ਤੋਂ ਖੁਸ਼ ਨਹੀਂ ਸੀਗਾ ਜੋ ਉਹਦੇ ਨਾਲ ਸਲੂਕ ਕੀਤਾ ਗਿਆ ਸੀਗਾ। ਇਸ ਕਰਕੇ ਉਹ ਕਹਿੰਦਾ ਸੀਗਾ ਕਿ ਮੈਨੂੰ ਆਪਣੀ ਜਾਇਦਾਦ ਲੈਣ ਤੋਂ ਮੈਨੂੰ ਜਾਇਦਾਦ ਵਗੈਰਾ ਜ਼ਮੀਨ ਜਾਇਦਾਦ ਨਹੀਂ ਚਾਹੀਦੀ ਹੈਗੀ, ਇਹ ਵੀ ਤੁਸੀਂ ਸਾਂਭੋ। ਸਿਰਫ ਉਹਨੂੰ ਇਹ ਸੀਗਾ ਕਿ ਉਹਦੇ ਪਿਤਾ ਨੂੰ ਮੌਤ ਨੂੰ ਹੋਏ ਨੂੰ ਥੋੜ੍ਹੇ ਸਮਾਂ ਹੀ ਹੋਇਆ ਸੀਗਾ ਤੇ ਭਰਾਵਾਂ ਨੇ ਆਪਸ ਦੇ ਵਿੱਚ ਵੰਡੀਆਂ ਕਰ ਲਈਆਂ ਸੀਗੀਆਂ ਤੇ ਉਸ ਸਮੇਂ ਉਹਦੀਆਂ ਭਾਬੀਆਂ ਨੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਸੀਗੇ ਕਿ ਦੇਖਾਂਗੇ ਤੂੰ ਕਿਹੜੀ ਜਿਹੜੀ ਇਹ ਸਿਆਲਾਂ ਦੀ ਹੀਰ ਵਿਆਹ ਕੇ ਲਿਆਵੇਂਗਾ। ਤੇ ਇਸ ਦੁੱਖ ਤੋਂ ਰਾਂਝਾ ਜਿਹੜਾ ਆਪਣਾ ਘਰ ਪਰਿਵਾਰ ਛੱਡ ਆਂਦਾ ਆ। ਤੇ ਫਿਰ ਅੱਗੇ ਹੈ ਰਾਂਝੇ ਦਾ ਹੀਰ ਦੀ ਬੇੜੀ ਦੇ ਵਿੱਚ ਚੜ ਜਾਣਾ। ਹੁਣ ਕਹਿੰਦੇ ਕਿ ਰਾਂਝਾ ਜਿਹੜਾ ਸੀ ਘਰ ਛੱਡ ਕੇ ਆ ਚੁੱਕਿਆ ਹੋਇਆ ਸੀਗਾ। ਅੱਗੇ ਉਹਨੇ ਰਾਹ ਵਿੱਚ ਚਨਾ ਦਰਿਆ ਪੈਂਦਾ ਸੀ। ਬਿਨਾਂ ਬੇੜੀਆਂ ਤੋਂ ਉਸ ਪਾਰ ਲੰਘਣਾ ਬਹੁਤ ਮੁਸ਼ਕਿਲ ਸੀਗਾ ਕਿ ਕਹਿੰਦੇ ਕਿ ਸਬੱਬ ਨੂੰ ਹੀ ਉੱਥੇ ਇੱਕ ਹੀਰ ਦੀ ਬੇੜੀ ਖੜੀ ਸੀ ਤੇ ਰਾਂਝਾ ਜਿਹੜਾ ਆ ਉਸ ਬੇੜੀ ਦੇ ਵਿੱਚ ਚੜ ਜਾਂਦਾ ਆ। ਠੀਕ ਹੈ, ਇਸ ਬੇੜੀ ਦੇ ਵਿੱਚ ਹੀਰ ਦਾ ਸੁੰਦਰ ਤੇ ਆਰਾਮਦਾਇਕ ਪਲੰਗ ਵੀ ਸੀ। ਰਾਂਝੇ ਦਾ ਇਸ ਪਲੰਗ ਉੱਤੇ ਲੇਟ ਜਾਂਦਾ ਕਿਉਂਕਿ ਉਹ ਥੱਕ ਜਾਂਦਾ ਹੁੰਦਾ ਤੇ ਇਸ ਕਰਕੇ ਉਹ ਸਫ਼ਰ ਕਰਕੇ ਇੰਨਾ ਥੱਕਿਆ ਹੋਇਆ ਸੀਗਾ ਕਿ ਪਲੰਗ ਉੱਤੇ ਲੇਟਦਿਆਂ ਹੀ ਉਸ ਨੂੰ ਗੂੜ੍ਹੀ ਨੀਂਦ ਆ ਗਈ ਤੇ ਉੱਧਰ ਹੀਰ ਦੀ ਕਿਸੇ ਸਹੇਲੀ ਨੇ ਦੱਸਿਆ ਕਿ ਕੋਈ ਅਣਜਾਣ ਵਿਅਕਤੀ ਜਿਹੜਾ ਆ ਉਹ ਤੇਰੀ ਬੇੜੀ ਦੇ ਵਿੱਚ ਜਿਹੜਾ ਆ ਪਲੰਗ 'ਤੇ ਸੁੱਤਾ ਹੋਇਆ ਤੇ ਜਿਹੜੀ ਹੀਰ ਨੂੰ ਬਹੁਤ ਗੁੱਸਾ ਆਉਂਦਾ ਤੇ ਉਹ ਆ ਕੇ ਹੀਰ ਨੂੰ ਜਿਹੜਾ ਆ ਸ਼ਮਕਾਂ ਦੇ ਨਾਲ ਜਿਹੜਾ ਮਾਰਨਾ ਸ਼ੁਰੂ ਕਰ ਦਿੰਦੀ ਹੈ ਤੇ ਫਿਰ ਉਸ ਤੋਂ ਬਾਅਦ ਰਾਂਝੇ ਦੀ ਅੱਖ ਖੁੱਲ੍ਹ ਜਾਂਦੀ ਹੈ, ਜਾਗ ਖੁੱਲ੍ਹ ਜਾਂਦੀ ਹੈ। ਅੱਗੇ ਹੈ ਪਹਿਲੀ ਤੱਕਣੀ ਵਿੱਚ ਹੀ ਦੋਹਾਂ ਦਾ ਪ੍ਰੇਮ ਸੰਬੰਧ ਦੇ ਵਿੱਚ ਵੱਜਣਾ। ਜਦੋਂ ਹੀਰ ਜਿਹੜੀ ਹੈ ਰਾਂਝੇ ਨੂੰ ਉਠਾਉਣ ਵਾਸਤੇ ਆਉਂਦੀ ਹੈ ਤੇ ਜਦੋਂ ਉਹ ਪਹਿਲੀ ਤੱਕਣੀ ਦੇ ਵਿੱਚ ਜਦੋਂ ਇੱਕ ਦੂਜੇ ਨੂੰ ਹੀਰ ਤੇ ਰਾਂਝਾ ਦੇਖਦੇ ਹੈ ਤੇ ਦੋਨੇ ਹੀ ਜਿਹੜਾ ਆ ਪ੍ਰੇਮ ਸੰਬੰਧ ਦੇ ਵਿੱਚ ਆਪਸ ਵਿੱਚ ਉਹਨਾਂ ਨੂੰ ਪ੍ਰੇਮ ਹੋ ਜਾਂਦਾ ਆ। ਰਾਂਝੇ ਦਾ 12 ਸਾਲ ਹੀਰ ਦੇ ਪਿਓ ਦੀਆਂ ਮੱਝਾਂ ਚਾਰਨਾ ਤੇ ਰਾਂਝੇ ਨੂੰ ਜਦੋਂ ਹੀਰ ਦੇ ਨਾਲ ਪਿਆਰ ਹੋ ਜਾਂਦਾ ਤਾਂ ਉਹ ਕੀ ਕਰਦਾ ਹੈ, ਹੀਰ ਦੇ ਪਿਓ ਦੀਆਂ ਜਿਹੜੀਆਂ ਆ 12 ਸਾਲ ਜਿਹੜਾ ਆ ਉਹਦੀਆਂ ਮੱਝਾਂ ਚਾਰਦਾ। ਠੀਕ ਹੈ, ਹੌਲੀ ਹੌਲੀ ਕਹਿੰਦੇ ਕਿ ਉਹਨਾਂ ਦਾ ਆਪਸੀ ਜਿਹੜਾ ਪ੍ਰੇਮ ਜਿਹੜਾ ਆ ਉਹਦੀ ਚਰਚਾ ਜਿਹੜੀ ਉਹ ਸਾਰੇ ਪਿੰਡ ਦੇ ਵਿੱਚ ਫੈਲ ਜਾਂਦੀ ਹੈ। ਪਿਆਰ ਦੀ ਚਰਚਾ ਜਿਹੜੀ ਸਾਰੇ ਪਿੰਡ ਵਿੱਚ ਫੈਲ ਜਾਂਦੀ ਹੈ ਤੇ ਹੀਰ ਦਾ ਜਿਹੜਾ ਪਿਓ ਆ ਬੜੀ ਹੁਸ਼ਿਆਰੀ ਵਰਤ ਕੇ ਹੀਰ ਦਾ ਵਿਆਹ ਜਿਹੜਾ ਆ ਰੰਗਪੁਰ ਖੇੜਿਆਂ ਦੇ ਸੈਦੇ ਦੇ ਨਾਲ ਕਰ ਦਿੰਦਾ ਤੇ ਰਾਂਝਾ ਜਿਹੜਾ ਬਹੁਤ ਜ਼ਿਆਦਾ ਉਦਾਸ ਹੋ ਜਾਂਦਾ ਉਸ ਸਮੇਂ ਤੇ ਰਾਂਝਾ ਜਿਹੜਾ ਆ ਹੀਰ ਨੂੰ ਉਹਦੇ ਸਹੁਰੇ ਪਿੰਡ ਵਿੱਚ ਮਿਲਣ ਦੀ ਜਿਹੜੀ ਤਰਕੀਬ ਸੋਚਦਾ ਤੇ ਉਹ ਫਿਰ ਕੀ ਕਰਦਾ, ਬਾਲ ਨਾਥ ਦੇ ਕੋਲ ਜਾ ਕੇ ਯੋਗ ਧਾਰਨ ਕਰ ਲੈਂਦਾ ਤੇ ਜੋਗੀ ਬਣ ਕੇ ਰੰਗਪੁਰ ਨੂੰ ਤੁਰ ਪੈਂਦਾ, ਹੀਰ ਦੇ ਸਹੁਰਿਆਂ ਦੇ ਪਿੰਡ ਨੂੰ ਚਲਾ ਜਾਂਦਾ। ਅੱਗੇ 7th ਪੁਆਇੰਟ ਅਸੀਂ ਜਿਹੜਾ ਐਕਸਪਲੇਨ ਕਰ ਦਿੱਤਾ ਹੋਇਆ, ਤੁਹਾਨੂੰ ਦੱਸ ਦਿੱਤਾ ਹੀਰ ਦਾ ਵਿਆਹ ਤੈਅ ਹੋ ਜਾਂਦਾ ਹੈ, ਵਿਆਹ ਹੋ ਜਾਂਦਾ ਹੈ, ਰਾਂਝਾ ਜੋਗ ਧਾਰਨ ਕਰਕੇ ਉਹਦੇ ਹੀਰ ਦੇ ਕੋਲ ਚਲਾ ਜਾਂਦਾ ਹੈ। ਸੈਤੀ ਦੁਆਰਾ ਹੀਰ ਤੇ ਰਾਂਝੇ ਦਾ ਘਰੋਂ ਦੌੜ ਜਾਣਾ। ਹੀਰ ਦੀ ਜਿਹੜੀ ਨਨਾਣ ਹੈਗੀ ਆ ਉਹ ਸੈਤੀ ਹੈਗੀ। ਸੈਤੀ ਵੀ ਕਿਸੇ ਨੂੰ ਮੁਰਾਦ ਨਾਂ ਦੇ ਕਿਸੇ ਬਲੋਚ ਨੂੰ ਪਿਆਰ ਕਰਦੀ ਹੈ ਤੇ ਜਦੋਂ ਸੈਤੀ ਨੂੰ ਪਤਾ ਚੱਲਦਾ ਹੀਰ ਤੇ ਰਾਂਝੇ ਦੀ ਕਹਾਣੀ ਤਾਂ ਹੀਰ ਤੇ ਰਾਂਝੇ ਨੂੰ ਜਿਹੜਾ ਘਰੋਂ ਦੌੜਾਉਣ ਦੇ ਵਿੱਚ ਜਿਹੜਾ ਆ ਉਹਨਾਂ ਦਾ ਸਾਥ ਦਿੰਦੀ ਹੈ।
ਅੱਗੇ ਹੈ ਜਦੋਂ ਕਹਿੰਦੇ ਕਿ ਹੀਰ ਤੇ ਰਾਂਝਾ ਘਰੋਂ ਭੱਜ ਜਾਂਦੇ ਨੇ, ਰੰਗਪੁਰ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਪਤਾ ਚੱਲ ਜਾਂਦਾ ਤੇ ਉਹ ਵੀ ਪਿੱਛੇ ਜਿਹੜਾ ਹੀਰ ਤੇ ਰਾਂਝੇ ਦੇ ਪਿੱਛੇ ਭੱਜ ਜਾਂਦੇ ਨੇ। ਮਾਮਲਾ ਕੋਟ ਕਬੂਲੇ ਦੇ ਕਾਜ਼ੀ ਦੇ ਕੋਲ ਪਹੁੰਚਣਾ, ਉਸ ਸਮੇਂ ਜਿਹੜੇ ਫੈਸਲੇ ਹੁੰਦੇ ਸੀ ਕਾਜ਼ੀ ਦੇ ਕੋਲ ਹੁੰਦੇ ਸੀ, ਦੋਨਾਂ ਨੂੰ ਕਾਜ਼ੀ ਦੇ ਕੋਲ ਲਿਆਇਆ ਜਾਂਦਾ ਤੇ ਕਹਿੰਦੇ ਕਿ ਕਾਜ਼ੀ ਦੇ ਜਿਹੜਾ ਫੈਸਲਾ ਹੁੰਦਾ ਆ ਉਹ ਹੀਰ ਤੇ ਰਾਂਝੇ ਦੇ ਪੱਖ ਦੇ ਵਿੱਚ ਕਰਦਾ ਹੈ। ਹੁਣ ਅੱਗੇ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਹੋਈ ਸੀਗੀ ਕਿ ਅਲੱਗ-ਅਲੱਗ ਦੇ ਆਪਣੇ ਆਪਣੇ ਜਿਹੜਾ ਆ ਹੀਰ ਰਾਂਝੇ ਦੀ ਕਹਾਣੀ ਜਿਹੜੀ ਉਹ ਦੱਸੀ ਹੋਈ ਹੈ। ਤੇ ਹੁਣ ਇੱਥੇ ਤੁਹਾਡੀ ਕਿਤਾਬ ਵਿੱਚ ਇੱਕ ਰਵਾਇਤ ਦੇ ਅਨੁਸਾਰ ਇਹ ਕਿਹਾ ਗਿਆ ਹੈ ਕਿ ਜਿਹੜਾ ਕਾਜ਼ੀ ਜਿਹੜਾ ਆ ਉਹ ਫੈਸਲਾ ਹੀਰ ਤੇ ਰਾਂਝੇ ਦੇ ਹੱਕ ਦੇ ਵਿੱਚ ਕਰ ਦਿੰਦਾ ਤੇ ਉਦੋਂ ਹੀਰ ਤੇ ਰਾਂਝਾ ਜਿਹੜਾ ਚੋਚਕ ਦੇ ਕੋਲ ਵਾਪਸ ਆ ਜਾਂਦੇ ਤੇ ਹੀਰ ਦੇ ਮਾਪਿਆਂ ਦੀ ਸਹਿਮਤੀ ਪਿੱਛੋਂ ਜਿਹੜਾ ਦੋਨੋਂ ਹੀ ਸੁਖੀ ਸੁਖੀ ਵਸਣ ਲੱਗ ਜਾਂਦੇ ਨੇ। ਦੂਜੀ ਰਵਾਇਤ ਇਹ ਕਹਿੰਦੀ ਹੈ ਕਿ ਹੀਰ ਜਿਹੜਾ ਆ ਆਪਣੇ ਮਾਪਿਆਂ ਕੋਲ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਹੀਰ ਦੇ ਪਰਿਵਾਰ ਦਾ ਗੁੱਜੀ ਚਾਲ ਇੱਕ ਖੇਡਦੇ ਨੇ ਤੇ ਉਹ ਰਾਂਝੇ ਨੂੰ ਕਹਿੰਦੇ ਨੇ ਕਿ ਤੂੰ ਆਪਣੇ ਪਰਿਵਾਰ ਨੂੰ ਲੈ ਕੇ ਆ ਤੇ ਅਸੀਂ ਜਿਹੜਾ ਹੈ ਜੰਜ ਦੇ ਨਾਲ ਜਿਹੜਾ ਆ ਉਦੋਂ ਤੂੰ ਲੈ ਕੇ ਆਏਂਗਾ ਤਾਂ ਅਸੀਂ ਹੀਰ ਦਾ ਵਿਆਹ ਕਰਾਂਗੇ। ਉਧਰੋਂ ਰਾਂਝਾ ਚਲਾ ਜਾਂਦਾ ਹੈ ਤੇ ਇੱਧਰੋਂ ਜਿਹੜਾ ਆ ਹੀਰ ਨੂੰ ਮਨ ਘੜਤ ਜਿਹੜੀ ਕਹਾਣੀ ਦੱਸੀ ਜਾਂਦੀ ਕਿ ਰਾਂਝੇ ਨੂੰ ਕਿਸ ਨੇ ਮਾਰ ਦਿੱਤਾ ਹੈ ਤੇ ਹੀਰ ਜਿਹੜੀ ਉਹ ਬੇਹੋਸ਼ ਹੋ ਜਾਂਦੀ ਹੈ ਤੇ ਚਾਚੇ ਕੈਦੋ ਦੇ ਵੱਲੋਂ ਜਿਹੜਾ ਉਹਨੂੰ ਜ਼ਹਿਰ ਪਿਲਾ ਦਿੱਤਾ ਜਾਂਦਾ ਹੈ ਤੇ ਉਧਰ ਹੀਰ ਦੀ ਮੌਤ ਦੀ ਖਬਰ ਸੁਣ ਕੇ ਰਾਂਝਾ ਵੀ ਮਰ ਜਾਂਦਾ ਆ। ਠੀਕ ਹੈ, ਉਹ ਵੀ ਪ੍ਰਾਣ ਤਿਆਗ ਦਿੰਦਾ ਹੈ। ਤੇ ਇਸ ਤਰ੍ਹਾਂ ਜਿਹੜਾ ਤੁਹਾਡੀ ਪੁਸਤਕ ਵਿੱਚ ਹੀਰ ਰਾਂਝੇ ਦੀ ਕਹਾਣੀ ਦਿੱਤੀ ਹੋਈ ਹੈ। ਹੁਣ ਤੁਸੀਂ ਹੀਰ ਤੇ ਰਾਂਝੇ ਦੀ ਕਹਾਣੀ ਵਿੱਚੋਂ ਇੱਕ ਇੱਕ ਨੰਬਰ ਦੇ ਪ੍ਰਸ਼ਨ ਕਰਨੇ ਨੇ ਕਿ ਹੀਰ ਦੇ ਪਿਤਾ ਦਾ ਕੀ ਨਾਮ ਸੀ, ਹੀਰ ਦਾ ਪਿੰਡ ਕਿਹੜਾ ਸੀ, ਰਾਂਝੇ ਦਾ ਪਿਤਾ ਦਾ ਕੀ ਨਾਮ ਸੀ, ਰਾਂਝੇ ਦਾ ਕਿਹੜਾ ਪਿੰਡ ਸੀਗਾ, ਕਿੰਨੇ ਭਰਾ ਸੀਗੇ ਉਹ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਆ ਹੀਰ ਦਾ ਵਿਆਹ ਕਿਹਦੇ ਨਾਲ ਹੁੰਦਾ, ਕਿੱਥੇ ਹੁੰਦਾ, ਹੀਰ ਦੀ ਨਨਾਣ ਦਾ ਕੀ ਵਿਆਹ ਨਾਮ, ਹੀਰ ਦੀ ਨਨਾਣ ਦਾ ਕੀ ਨਾਮ ਹੈਗਾ ਆ। ਉਸ ਤੋਂ ਬਾਅਦ ਹੀਰ ਦੀ ਜਿਹੜੀ ਨਨਾਣ ਹੈ ਸਹਿਤੀ ਜਿਹੜੀ ਹੈ ਉਹ ਕਿਹਨੂੰ ਪਿਆਰ ਕਰਦੀ ਹੈ। ਉਸ ਤੋਂ ਬਾਅਦ ਤੁਸੀਂ ਇੱਕ ਨੰਬਰ ਦਾ ਪ੍ਰਸ਼ਨ ਇਹ ਵੀ ਆ ਸਕਦਾ ਕਿ ਕਿਹਦੇ ਕੋਲ ਜਿਹੜਾ ਫੈਸਲਾ ਪਹੁੰਚਦਾ ਆ। ਠੀਕ ਹੈ, ਇਹ ਸਾਰੇ ਇੱਕ ਇੱਕ ਨੰਬਰ ਦੇ ਪ੍ਰਸ਼ਨ ਜਿਹੜੇ ਆ ਤੁਸੀਂ ਯਾਦ ਕਰਨੇ ਨੇ, ਬੁੱਕ ਦੇ ਵਿੱਚ ਹੀ ਤੁਹਾਡੀ ਕਥਾ ਵਿੱਚ ਦਿੱਤੇ ਹੋਏ ਨੇ, ਇਹਨੂੰ ਨਾਲ ਦੀ ਨਾਲ ਨੋਟ ਕਰ ਲਿਓ। ਔਰ ਉਸ ਤੋਂ ਬਾਅਦ ਜਿਹੜੀ ਇਹ ਕਥਾ ਦੇ ਜਿਹੜੇ ਪੁਆਇੰਟਸ ਨੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੋਇਆ, ਇਹ ਪੁਆਇੰਟਸ ਨੂੰ ਹੈਡਿੰਗਸ ਨੂੰ ਤੁਸੀਂ ਲਿਖਣਾ ਤੇ ਇਸ ਤੋਂ ਅੱਗੇ ਜਿੱਦਾਂ ਮੈਂ ਤੁਹਾਨੂੰ ਵਿਆਖਿਆ ਕਰਦੀ ਗਈ ਹਾਂ ਹਰ ਇੱਕ ਪੁਆਇੰਟਸ ਦਾ ਕਿ ਇੱਥੋਂ ਉਸ ਤੋਂ ਬਾਅਦ ਕੀ ਹੋਇਆ, ਉਸ ਤੋਂ ਬਾਅਦ ਕੀ ਹੋਇਆ, ਇਹ ਸਾਰਾ ਤੁਸੀਂ ਇੱਦਾਂ ਲਿਖਦੇ ਜਾਣਾ ਤੇ ਇੱਕ ਇੱਕ ਨੰਬਰ ਦੇ ਪ੍ਰਸ਼ਨਾਂ ਨੂੰ ਜਿਹੜਾ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲਿਓ। ਧੰਨਵਾਦ।